ਗੱਲ ਕਰਾਂਗੇ ਅੱਜ ਇੱਕ ਬਿਮਾਰੀ ਦੀ ਜਿਹੜੀ ਕਿ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਜਾਂ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈ ਚੁੱਕੀ ਹੈ। ਇਹ ਬਿਮਾਰੀ ਹੈ ਕੈਂਸਰ। ਕੈਂਸਰ ਦੇ ਇਲਾਜ ਦੇ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਉਹ ਘੱਟ ਨੇ, ਪਰ ਇਸ ਦੇ ਵਾਧੇ ਦੇ ਅੰਕੜੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ। ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਪੀਜੀਆਈ ਦੇ ਵਿੱਚ ਇਲਾਜ ਕਰਾ ਰਹੇ ਲੋਕ ਜਿਹੜੇ ਕੈਂਸਰ ਤੋਂ ਪੀੜਤ ਨੇ ਵਧੇਰੇ ਪੰਜਾਬ ਤੋਂ ਨੇ। ਕੈਂਸਰ ਦੀ ਰਫ਼ਤਾਰ ਬੜੀ ਤੇਜ਼ੀ ਨਾਲ ਵਧ ਰਹੀ ਹੈ। ਐਕਚੁਅਲੀ ਜਿਹੜਾ ਸਿਹਤ ਵਿਭਾਗ ਦਾ ਡੇਟਾ ਹੈ ਕਿ 13% ਇਨ 5 ਇਅਰਸ, ਆਈ ਥਿੰਕ 13% ਤੋਂ ਬਹੁਤ ਜ਼ਿਆਦਾ ਹੈ। तो ਕੀ ਕਾਰਨ ਹੈ, ਕਿਉਂ ਕੈਂਸਰ ਦੀ ਰਫ਼ਤਾਰ ਇੰਨੀ ਜ਼ਿਆਦਾ ਹੋ ਰਹੀ ਹੈ? ਤੁਸੀਂ ਕਿਹਾ ਕਿ ਪੇਸ਼ੈਂਟ ਤੁਹਾਡੇ ਕੋਲ ਉਦੋਂ ਪਹੁੰਚਦੇ ਨੇ ਜਦੋਂ ਉਹ ਕੈਂਸਰ ਦੀ ਐਡਵਾਂਸ ਸਟੇਜ ਤੇ ਹੁੰਦੇ ਨੇ ਤੇ ਡਾਕਟਰ ਜਿਹੜੇ ਨੇ ਕੁਝ ਕਰ ਨਹੀਂ ਪਾਉਂਦੇ। ਅਸੀਂ ਪਹਿਲਾਂ ਕਿਉਂ ਨਹੀਂ ਟ੍ਰੀਟਮੈਂਟ ਜਿਹੜਾ ਆਪਣਾ ਸ਼ੁਰੂ ਕਰਦੇ ਜਾਂ ਲੋਕਾਂ 'ਚ ਜਾਗਰੂਕਤਾ ਨਹੀਂ ਹੁੰਦੀ ਇਸ ਚੀਜ਼ ਦੀ? ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਕਿਡਨੀ ਦਾ ਕੈਂਸਰ ਹੈ ਇਹਦਾ ਪਤਾ ਨਹੀਂ ਲੱਗਦਾ ਜਦ ਤੱਕ ਇਹ ਅੰਦਰ ਆ, ਕਿਡਨੀ ਦੇ ਅੰਦਰ ਆ। ਜਦੋਂ ਇਹ ਬਾਹਰ ਫੈਲੇਗਾ ਐਡਵਾਂਸ ਸਟੇਜ ਤੇ ਉਦੋਂ ਪਤਾ ਲੱਗਦਾ। ਕਿਡਨੀ ਦਾ ਜਦੋਂ ਕੈਂਸਰ ਸ਼ੁਰੂ ਹੁੰਦਾ ਤੇ ਕਿਡਨੀ ਦੇ ਅੰਦਰ ਹੁੰਦਾ, ਕਿਸੇ ਵੀ ਤਰ੍ਹਾਂ ਦੇ ਕੋਈ ਸਿੰਪਟਮ ਨਹੀਂ ਬਾਡੀ ਦੇ ਵਿੱਚ ਹੁੰਦੇ। ਬਲੈਡਰ ਦੇ ਕੈਂਸਰ ਦੀ ਆਪਾਂ ਕਰਦੇ, ਤੁਸੀਂ ਦੱਸਿਆ ਕਿ ਇਹਦਾ ਤਾਂ ਬਹੁਤ ਜਲਦੀ ਅਰਲੀ ਸਟੇਜ ਤੇ ਪਤਾ ਲੱਗ ਜਾਂਦਾ। ਕੀ ਇਹ ਕਿਉਰੇਬਲ ਹੈ? 35 ਈਅਰਸ ਆਫ ਏਜ ਕੋਈ ਵੀ ਐਬਨੋਰਮਲ ਬਲੀਡਿੰਗ ਹੋਵੇ, ਚਾਹੇ ਪਿਸ਼ਾਬ ਰਸਤੇ ਹੋਵੇ, ਚਾਹੇ ਲੈਟਰਿਨ ਵਿੱਚ ਬਲੱਡ ਆਏ, ਚਾਹੇ ਖਾਂਸੀ ਵਿੱਚ ਬਲੱਡ ਆਏ, तो कोई भी एबनॉर्मल ब्लीडिंग है, वन शुड बी वेरी केयरफुल एंड अलर्ट। ये ब्लड क्यों आया, भावे एक बार भी आया हो, उन्होंने प्रॉपरली इन्वेस्टिगेट करके देखना चाहिए कि कारण की है, कि कोई कैंसर तो नहीं है। ਸ਼ਰਾਬ ਪੀਣਾ ਵੀ ਕਿਤੇ ਨਾ ਕਿਤੇ ਕੈਂਸਰ ਦਾ ਕਾਰਨ ਹੈਗਾ। ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਜੋ ਵੀ ਦਰਸ਼ਕ ਇਸ ਟਾਈਮ ਇੰਟਰਵਿਊ ਦੇਖ ਰਹੇ ਨੇ, ਕਿ ਕਿਵੇਂ ਆਪਾਂ ਇਹ ਤੋਂ ਆਪਣਾ ਜਿਹੜਾ ਬਚਾਅ ਰੱਖ ਸਕਦੇ ਹਾਂ? ਆਰਪੀਡੀ ਤੇ ਉਡੀਕ ਮੀਡੀਆ ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ। ਗੱਲ ਕਰਾਂਗੇ ਅੱਜ ਇੱਕ ਬਿਮਾਰੀ ਦੀ ਜਿਹੜੀ ਕਿ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਜਾਂ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈ ਚੁੱਕੀ ਹੈ। ਇਹ ਬਿਮਾਰੀ ਹੈ ਕੈਂਸਰ। ਕੈਂਸਰ ਦੇ ਇਲਾਜ ਦੇ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਉਹ ਘੱਟ ਨੇ, ਪਰ ਇਸ ਦੇ ਵਾਧੇ ਦੇ ਅੰਕੜੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ। ਰੋਜ਼ਾਨਾ 65 ਲੋਕ ਇਸ ਬਿਮਾਰੀ ਦੇ ਤਹਿਤ ਮਰ ਰਹੇ ਨੇ। ਪੀਜੀਆਈ ਦੇ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਰਿਪੋਰਟ ਦੇ ਅਨੁਸਾਰ ਸਾਲ 2011 ਤੋਂ ਲੈ ਕੇ ਸਾਲ 2015 ਦੇ ਦਰਮਿਆਨ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਪੀਜੀਆਈ ਦੇ ਵਿੱਚ ਇਲਾਜ ਕਰਾ ਰਹੇ ਲੋਕ ਜਿਹੜੇ ਕੈਂਸਰ ਤੋਂ ਪੀੜਤ ਨੇ ਵਧੇਰੇ ਪੰਜਾਬ ਤੋਂ ਨੇ। ਇਸ ਤੋਂ ਇਲਾਵਾ 2015 ਤੱਕ ਦੀ ਸਿਹਤ ਵਿਭਾਗ ਪੰਜਾਬ ਦੇ ਵੱਲੋਂ ਅੰਕੜੇ ਜਾਰੀ ਕੀਤੇ ਗਏ ਸਨ। ਸੰਭਾਵਨਾ ਜਤਾਈ ਗਈ ਸੀ ਕਿ 2025 ਤੱਕ 13% ਜਿਹੜੀ ਕੇਸ ਨੇ ਇਹ ਵਧਣਗੇ ਤੇ ਅੱਜ ਅਸੀਂ 2025 ਦੇ ਵਿੱਚ ਆ ਤੇ ਪਹਿਲਾ ਮਹੀਨਾ ਹੈ 2025 ਦਾ। ਇਸ ਬਿਮਾਰੀ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਨ ਪਹੁੰਚੇ ਹਾਂ ਯੂਰੋਲੋਜਿਸਟ ਕਿਡਨੀ ਸਪੈਸ਼ਲਿਸਟ ਡਾਕਟਰ ਰਾਜੇਸ਼ ਜੀ ਦੇ ਕੋਲ। ਗੱਲਬਾਤ ਕਰਦੇ ਹਾਂ, ਜਾਣਦੇ ਹਾਂ, ਕਿਉਂਕਿ ਇਹਨਾਂ ਦੇ ਵੱਲੋਂ ਸਾਨੂੰ ਦੱਸਿਆ ਗਿਆ ਹੈ ਕਿ ਪੰਜਾਬ ਦੀ ਜੇਕਰ ਗੱਲ ਕਰ ਲਈ ਜਾਏ ਤਾਂ ਕਿਡਨੀ ਦੇ ਕੈਂਸਰ ਦੇ ਜਿਹੜੇ ਡਾਟਾ ਹੈ ਜਾਂ ਮਰੀਜ਼ ਨੇ ਉਹ ਵੱਧਦੇ ਜਾ ਰਹੇ ਨੇ। ਕੀ ਕਾਰਨ ਹੈ, ਕੀ ਲੱਛਣ ਹੈ, ਕੀ ਸਿੰਪਟਮ ਨੇ ਤੇ ਕਿਵੇਂ ਅਸੀਂ ਇਸ ਬਿਮਾਰੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖ ਸਕਦੇ ਹਾਂ, ਗੱਲਬਾਤ ਕਰਦੇ ਹਾਂ। ਸਰ, ਸਵਾਗਤ ਹੈ ਤੁਹਾਡਾ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਸਾਰੇ ਦਰਸ਼ਕਾਂ ਨੂੰ ਜੀ। ਤੇ ਮੈਂ ਡਾਕਟਰ ਰਾਜੇਸ਼ ਅਗਰਵਾਲ ਹਾਂ। ਮੈਂ ਕਿਡਨੀ ਸਪੈਸ਼ਲਿਸਟ ਤੇ ਯੂਰੋਲੋਜਿਸਟ ਹੈਗਾ। ਲਾਸਟ 30 ਇਅਰਸ ਤੋਂ ਮੈਂ ਪ੍ਰੈਕਟਿਸ ਕਰ ਰਿਹਾ ਇਸ ਫੀਲਡ ਦੇ ਵਿੱਚ ਜੀ। ਤੇ ਮੈਂ ਤੁਹਾਡੇ ਨਾਲ ਆਪਣੀ ਜਿਹੜੀ ਐਕਸਪੀਰੀਅੰਸ ਹੈ ਉਹ ਮੈਂ ਸਾਂਝਾ ਕਰਾਂਗਾ ਕਿ ਸਾਡਾ ਕੀ 30 ਇਅਰਸ ਦੇ ਦੌਰਾਨ ਕੀ ਚੇਂਜਸ ਆਪਾਂ ਦੇਖੇ, ਖਾਸ ਕਰਕੇ ਇਸ ਬਿਮਾਰੀ ਨੂੰ ਲੈ ਕੇ। ਹਾਂ, ਦੇ ਕੈਂਸਰ ਵਾਲੇ ਜਿਹੜਾ ਆਪਾਂ ਗੱਲ ਕਰ ਰਹੇ ਹਾਂ, ਕੈਂਸਰ ਦੀ ਰਫ਼ਤਾਰ ਬੜੀ ਤੇਜ਼ੀ ਨਾਲ ਵਧ ਰਹੀ ਹੈ। ਐਕਚੁਅਲੀ ਜਿਹੜਾ ਸਿਹਤ ਵਿਭਾਗ ਦਾ ਡੇਟਾ ਹੈ ਕਿ 13% ਇਨ 5 ਇਅਰਸ, ਆਈ ਥਿੰਕ 13% ਤੋਂ ਬਹੁਤ ਜ਼ਿਆਦਾ ਹੈ। ਮੈਨੂੰ ਯਾਦ ਹੈ ਕਿ ਅੱਜ ਤੋਂ 20-25 ਸਾਲ ਪਹਿਲਾਂ ਇੱਕਾ ਦੁੱਕਾ ਪੇਸ਼ੈਂਟ ਆਉਂਦਾ ਸੀ ਕੈਂਸਰ ਦਾ। ਅੱਜ ਕੱਲ੍ਹ ਤਾਂ ਰੋਜ਼ ਹੀ ਕੋਈ ਨਾ ਕੋਈ ਪੇਸ਼ੈਂਟ ਆ ਜਾਂਦਾ ਜਿਹਨੂੰ ਜਾਂ ਤਾਂ ਕਿਡਨੀ ਦੀ ਕੈਂਸਰ ਹੈ ਜਾਂ ਬਲੈਡਰ ਦਾ ਕੈਂਸਰ ਹੈ ਜਾਂ ਪ੍ਰੋਸਟੇਟ ਦਾ ਕੈਂਸਰ ਹੈ। तो ਕੀ ਕਾਰਨ ਹੈ, ਕਿਉਂ ਕੈਂਸਰ ਦੀ ਰਫ਼ਤਾਰ ਇੰਨੀ ਜ਼ਿਆਦਾ ਹੋ ਰਹੀ ਹੈ? ਹਾਲਾਂਕਿ ਉੱਦਾਂ ਤੁਸੀਂ ਦੇਖੋ ਤਾਂ ਸਹੂਲਤਾਂ ਜਿਹੜੀ ਹੈ ਉਹ ਵਧੀ ਜਾ ਰਹੀ ਹੈ, ਟ੍ਰੀਟਮੈਂਟ ਫੈਸਿਲਿਟੀ ਵਧ ਰਹੀ ਹੈ, ਡਾਇਗਨੋਸਟਿਕ ਫੈਸਿਲਿਟੀ ਵੀ ਪਰ ਅੱਗੇ ਨਾਲੋਂ ਬਹੁਤ ਵਧੀਆ ਹੋ ਗਈ ਹੈ, ਲੋਕਾਂ ਦੀ ਪਹੁੰਚ ਵੀ ਵਧ ਗਈ ਹੈ। ਲੇਕਿਨ ਉਮਰ ਦੀ ਜਿਹੜੀ ਹੈ ਐਕਸਪੈਕਟੈਂਸੀ, ਲਾਈਫ ਐਕਸਪੈਕਟੈਂਸੀ ਵਧਣ ਤੋਂ ਬਾਵਜੂਦ ਕੈਂਸਰ ਵਧ ਰਿਹਾ, ਬਹੁਤ ਜ਼ਿਆਦਾ ਵਧ ਰਿਹਾ। ਐਂਡ ਆਮ ਤੌਰ पे ਜਦੋਂ ਪੇਸ਼ੈਂਟ ਆਉਂਦਾ ਹੈ ਜੀ ਤਾਂ ਉਹ ਕੈਂਸਰ ਮਤਲਬ ਐਡਵਾਂਸ ਸਟੇਜ 'ਚ ਹੁੰਦਾ ਜਿੱਥੇ ਆਪਾਂ ਉਹਨੂੰ ਕਿਉਰ ਨਹੀਂ ਕਰ ਸਕਦੇ। ਆਪਾਂ ਉਹਨੂੰ ਕੰਟਰੋਲ ਥੋੜ੍ਹਾ ਬਹੁਤ ਕਰ ਸਕਦੇ ਲੇਕਿਨ ਕਿਉਰ ਨਹੀਂ ਹੁੰਦਾ। ਐਂਡ ਅਲਟੀਮੇਟਲੀ ਪੇਸ਼ੈਂਟ ਜਿਹੜਾ ਹੈ
ਉਹ ਸਕਮ ਕਰ ਜਾਂਦਾ ਕੈਂਸਰ ਕਰਕੇ। तो इसलिए ਸਾਨੂੰ ਸੋਚਣਾ ਚਾਹੀਏ ਕੀ ਕਾਰਨ ਹੈ। ਵੀਲ ਡਿਸਕਸ ਇੱਕ ਇੱਕ ਕਰਕੇ ਕਿ ਬਲੈਡਰ ਦੇ ਕੈਂਸਰ ਦਾ ਕੀ ਕਾਰਨ ਹੋ ਸਕਦਾ ਹੈ, ਕਿਡਨੀ ਦੇ ਕੈਂਸਰ ਦਾ ਕੀ ਕਾਰਨ ਹੋ ਸਕਦਾ। ਡਾਕਟਰ ਸਾਹਿਬ ਇੱਕ ਗੱਲ ਤੁਸੀਂ ਬਹੁਤ ਮਤਲਬ ਮੈਂ ਕਹੂੰਗੀ ਵਧੀਆ ਕੀਤੀ ਹੈ, ਜਿਹਦੇ ਵਿੱਚ ਲੋਕਾਂ ਨੂੰ ਇਹ ਪਤਾ ਲੱਗੇ ਕਿ ਇਸ ਤਰ੍ਹਾਂ ਕਿਉਂ ਹੈ। ਤੁਸੀਂ ਕਿਹਾ ਕਿ ਪੇਸ਼ੈਂਟ ਤੁਹਾਡੇ ਕੋਲ ਉਦੋਂ ਪਹੁੰਚਦੇ ਨੇ ਜਦੋਂ ਉਹ ਕੈਂਸਰ ਦੀ ਐਡਵਾਂਸ ਸਟੇਜ ਤੇ ਹੁੰਦੇ ਨੇ ਤੇ ਡਾਕਟਰਸ ਜਿਹੜੇ ਨੇ ਕੁਝ ਕਰ ਨਹੀਂ ਪਾਉਂਦੇ। ਅਸੀਂ ਪਹਿਲਾਂ ਕਿਉਂ ਨਹੀਂ ਟ੍ਰੀਟਮੈਂਟ ਜਿਹੜਾ ਆਪਣਾ ਸ਼ੁਰੂ ਕਰਦੇ, ਜਾਂ ਲੋਕਾਂ 'ਚ ਜਾਗਰੂਕਤਾ ਨਹੀਂ ਹੁੰਦੀ ਇਸ ਚੀਜ਼ ਦੀ? ਨਹੀਂ, ਜਾਗਰੂਕਤਾ ਤਾਂ ਐਕਚੁਅਲੀ ਸਾਡਾ ਸਿਸਟਮ ਜਿਹੜਾ ਹੈ ਨਾ, ਸਾਡਾ ਜੋ ਇਨਵਾਇਰਨਮੈਂਟ ਹੈ, ਜਿਹੜੀ ਲੋਕਾਂ ਦੀ ਟੈਂਡੈਂਸੀ ਹੈ ਉਹ ਇਹ ਕਿ ਜਦੋਂ ਪ੍ਰੋਬਲਮ ਹੋਏਗੀ ਉਦੋਂ ਜਾਣਾ ਡਾਕਟਰ ਕੋ। ਕੈਂਸਰ ਇਦਾਂ ਦੀ ਬਿਮਾਰੀ ਹੈ ਕਿ ਜਦੋਂ ਪ੍ਰੋਬਲਮ ਹੁੰਦੀ ਹੈ ਬਾय ਦ ਟਾਈਮ ਆਲਰੇਡੀ ਐਡਵਾਂਸ ਹੋ ਜਾਂਦਾ। ਖਾਸ ਕਰਕੇ ਕਿਡਨੀ ਕੈਂਸਰ ਦਾ ਟਿਊਮਰ ਜਿਹੜਾ ਹੈ 2 ਸੈਂਟੀਮੀਟਰ ਦਾ ਹੈ, 4 ਸੈਂਟੀਮੀਟਰ ਦਾ, 6-7 ਸੈਂਟੀਮੀਟਰ ਵੀ ਹੁੰਦਾ ਹੈ, तो कोई तकलीफ नहीं होती पेशेंट ਨੂੰ, ਨਾ तो कोई ਪਤਾ ਨਹੀਂ ਚੱਲਦਾ ਪੇਸ਼ੈਂਟ ਪਤਾ ਹੀ ਨਹੀਂ ਚੱਲਦਾ। ਤੇ ਉਹ रूटीन तौर पे तो कोई चेकअप करांदा नहीं है। बिल्कुल जो वो प्रॉब्लम करेगा फिर वो जाएगा तो पता लगता है कि तो बहुत बढ़ गया, ऑलरेडी किडनी तो बाहर जा चुका है कैंसर। जो तक किडनी ਦੇ ਵਿੱਚ कैंसर रहेगा वो क्योर हो सकता है। जो एक बार बाहर चला गया फिर वो क्योर पॉसिबल नहीं है। इसी तरह ब्लैडर कैंसर तो फिर भी चलो थोड़ा अर्ली स्टेज पता लग जाता है, क्योंकि ਉਹਦੇ ਵਿੱਚ ਪਿਸ਼ਾਬ ਵਿੱਚ ਬਲੱਡ ਆਣਾ ਸ਼ੁਰੂ ਹੋ ਜਾਂਦਾ ਹੈ। तो वो पेशेंट देखता है कि हाँ भाई ਪਿਸ਼ਾਬ 'ਚ खून आया तो वो ਤੇ ਮੈਂ ਜਾ ਕੇ ਚੈੱਕ ਕਰਾ ਲਾਂ। ਤੇ ਪ੍ਰੋਸਟੇਟ ਕੈਂਸਰ ਦੀ ਵੀ ਇਹੀ ਹੈ ਕਿ ਉਹ अर्ਲੀ ਸਟੇਜ 'ਚ ਪਤਾ ਹੀ ਨਹੀਂ ਲੱਗਦਾ, ਕੋਈ ਤਕਲੀਫ ਹੀ ਨਹੀਂ ਹੁੰਦੀ। ਪ੍ਰੋਸਟੇਟ ਕੈਂਸਰ ਜਦੋਂ ਵਧ ਜਾਂਦਾ ਹੈ ਫਿਰ ਜਾ ਕੇ ਉਹਨੂੰ ਤਕਲੀਫ ਕਰਨੀ ਹੈ, फिर जाके पेशेंट ਨੂੰ ਜਾਣਾ ਡਾਕਟਰ को, पता लगेगा कि तो ऑलरेडी लाइलाज हो चुका है। सो दैट इज द मेन रीजन। बाहर की है कि लोग रेगुलर रूटीन चेकअप कराते 6 ਮਹੀਨਿਆਂ ਬਾਅਦ ਆਪਣੇ ਰੂਟੀਨ ਚੈੱਕਅਪ ਕਰਾਉਂਦੇ ਨੇ, ਸਕਰੀਨਿੰਗ ਕਰਾਉਂਦੇ ਰਹਿੰਦੇ ਆ, ਤਾਂ ਉਹਦੇ ਨਾਲ अर्ਲੀ ਸਟੇਜ 'ਚ ਪਤਾ ਲੱਗ ਜਾਂਦਾ। ਅੱਜ ਕੱਲ ਸਾਡੇ ਵੀ ਕੀ ਹੁੰਦਾ ਕਿ ਕਈ ਵਾਰੀ ਮੰਨ ਲਓ ਕਿਸੇ पेशेंट ਨੂੰ लूज मोशन हो गया, वो गया डॉक्टर को, डॉक्टर ने कहा जा भी स्कैनिंग करा ले। स्कैनिंग कराया तो पता लगा किडनी में कैंसर है, ट्यूमर है। तो दैट इज इंसिडेंटली डिटेक्टेड ट्यूमर। वो गया नहीं सी ट्यूमर ने चेकिंग वास्ते, वो गया किसी और पर्पस ले सी, पर उन्हें पता लग गया, पता लग गया कि हाँ कैंसर, तो वो अर्ली स्टेज पे पता लग गया, वो ठीक हो गया। लेकिन हर पेशेंट तो इस तरह नहीं हो सकता। तो अपन को देखना चाहिए कि एक है ना रेगुलर ਘੱਟ ਤੋਂ ਘੱਟ 2 ਸਾਲ ਦੇ ਵਿੱਚ ਇੱਕ ਵਾਰੀ ਅਲਟਰਾਸਾਊਂਡ ਕਰਾ ਲੇ ਅਗਰ ਬੰਦਾ ਢਿੱਡ ਦਾ, तो ਪਤਾ ਲੱਗ ਜਾਂਦਾ ਕਿ ਹਾਂ ਆਰਗਨ ਸਾਰੇ ਠੀਕ ਹੈ, ਸਵਾਸਥ ਨੇ, ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਹੈ। ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਕਿਡਨੀ ਦਾ ਕੈਂਸਰ ਹੈ ਇਹਦਾ ਪਤਾ ਨਹੀਂ ਲੱਗਦਾ ਜਦ ਤੱਕ ਇਹ ਅੰਦਰ ਆ, ਕਿਡਨੀ ਦੇ ਅੰਦਰ ਆ। ਜਦੋਂ ਇਹ ਬਾਹਰ ਫੈਲੇਗਾ ਐਡਵਾਂਸ ਸਟੇਜ ਤੇ ਉਦੋਂ ਪਤਾ ਲੱਗਦਾ, ਤੇ ਚੈੱਕਅਪ ਕਰਾ ਲੈਣਾ ਚਾਹੀਦਾ। ਬਹੁਤ ਵਧੀਆ ਗੱਲ ਆ, ਸਾਨੂੰ ਆਪਣੇ ਰੂਟੀਨ ਜਿਹੜੇ ਬੋਡੀ ਚੈੱਕਅਪ ਕਰਾਉਣੇ ਚਾਹੀਦੇ ਵੀ ਨੇ ਵੈਸੇ। ਪਰ ਕਿਡਨੀ ਦਾ ਜਦੋਂ ਕੈਂਸਰ ਸ਼ੁਰੂ ਹੁੰਦਾ ਤੇ ਕਿਡਨੀ ਦੇ ਅੰਦਰ ਹੁੰਦਾ, ਕਿਸੇ ਵੀ ਤਰ੍ਹਾਂ ਦੇ ਕੋਈ ਸਿੰਪਟਮ ਨਹੀਂ ਬੋਡੀ ਦੇ ਵਿੱਚ ਹੁੰਦੇ? ਬਿਲਕੁਲ ਨਹੀਂ, ਕੁਝ ਵੀ ਨਹੀਂ ਪਤਾ ਹੁੰਦਾ ਪੇਸ਼ੈਂਟ ਨੂੰ 1% ਕੋਈ ਤਕਲੀਫ ਵੀ ਨਹੀਂ ਹੋਣੀ, ਬਾਥਰੂਮ ਜਾਣ 'ਚ ਵੀ ਕੋਈ ਤਕਲੀਫ ਨਹੀਂ ਹੋਣੀ, ਕੋਈ ਪਿਸ਼ਾਬ ਦੀ ਤੰਗੀ ਨਹੀਂ, ਕੋਈ ਖਾਣ ਪਾਣ ਦਾ ਕੋਈ ਪ੍ਰੋਬਲਮ ਨਹੀਂ, ਕੋਈ ਪੇਨ ਨਹੀਂ, ਕੁਝ ਨਹੀਂ, ਨਾਰਮਲ ਐਕਟੀਵਿਟੀ, ਨਾਰਮਲ ਲਾਈਫ ਹੁੰਦੀ ਹੈ। ਉਹਨੂੰ ਪਤਾ ਹੀ ਨਹੀਂ ਕਿ ਉਹ ਅੰਦਰ ਕੈਂਸਰ ਵਧੀ ਜਾ ਰਿਹਾ, ਉਹਦੇ ਅੰਦਰ ਕੈਂਸਰ ਹੈ, ਉਹ ਹੌਲੀ ਹੌਲੀ ਵਧ ਰਿਹਾ ਹੈ। ਗੱਲ ਕਰਦੇ ਹਾਂ ਹੁਣ ਇਹਦੇ ਕਾਰਨ ਦੀ। ਤੁਸੀਂ ਹੁਣ ਤੱਕ ਦੇ ਐਕਸਪੀਰੀਅੰਸ ਵਿੱਚ ਕੀ ਕਾਰਨ ਆਇਡੈਂਟੀਫਾਈ ਕੀਤੇ ਨੇ ਕਿਡਨੀ ਦੇ ਕੈਂਸਰ ਦੇ ਲਈ ਖਾਸ ਕਰਕੇ? ਸਾਨੂੰ ਤਾਂ ਇਹ ਲੱਗ ਰਿਹਾ ਕਿ ਜਿਹੜਾ ਆਪਣਾ ਲਾਈਫ ਸਟਾਈਲ ਹੈ ਉਹ ਬਹੁਤ ਚੇਂਜ ਹੋ ਗਿਆ ਅੱਗੇ ਨਾਲੋਂ। ਜੇ ਆਪਾਂ ਦੇਖੋ ਤਾਂ ਹਰ ਚੀਜ਼ ਦੇ ਵਿੱਚ ਕੈਮੀਕਲ ਹੈ। ਜਾਂ ਆਪਾਂ ਫਰਟੀਲਾਈਜ਼ਰ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹਾਂ। ਪੰਜਾਬ ਦੇ ਵਿੱਚ, ਪੰਜਾਬ ਜਿਹੜਾ ਫੂਡ ਬਾਸਕਟ ਬਿਲਕੁਲ ਕਿਹਾ ਜਾਂਦਾ ਹੈ ਇੰਡੀਆ ਦਾ, ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਪੈਦਾਵਾਰ ਹੁੰਦੀ ਹੈ ਅਨਾਜ ਦੀ। ਬਿਲਕੁਲ। ਲੇਕਿਨ ਉਹ ਪੈਦਾਵਾਰ ਪਿੱਛੇ ਜਿਹੜਾ ਆਪਾਂ ਬਹੁਤ ਜ਼ਿਆਦਾ ਫਰਟੀਲਾਈਜ਼ਰ ਯੂਜ਼ ਕਰ ਰਹੇ ਹਾਂ, ਆਪਾਂ ਪੈਸਟੀਸਾਈਡਸ ਯੂਜ਼ ਕਰ ਰਹੇ ਹਾਂ, ਇਨਸੈਕਟੀਸਾਈਡਸ ਯੂਜ਼ ਕਰ ਰਹੇ ਹਾਂ, ਤੇ ਫਿਰ ਫੂਡ ਨੂੰ ਪ੍ਰੀਜ਼ਰਵੇਟਿਵ ਯੂਜ਼ ਕਰ ਰਹੇ ਹਾਂ। ਪ੍ਰੀਜ਼ਰਵੇਟਿਵ ਤੇ ਆਲ ਥੀਸ ਆਰ ਕੈਮੀਕਲਸ, ਥੀਸ ਆਰ ਨॉट, ਇਹ ਨੈਚੁਰਲ ਇਨਗਰੀਡੀਐਂਟਸ ਨਹੀਂ ਨੇ। ਆਪਾਂ ਨੇਚਰ ਨੂੰ ਬੀਟ ਕਰ ਰਹੇ ਹਾਂ, ਵੀ ਆਰ ਟਰਾਈਂਗ ਟੂ ਬੀਟ ਦ ਨੇਚਰ। ਤਾਂ ਉਸ ਕਰਕੇ ਉਹਦਾ ਸਾਈਡ ਇਫੈਕਟ ਸਮਝ ਲਓ। ਉਹਦਾ ਡਿਸਐਡਵਾਂਟੇਜ ਇਹ ਹੈ ਕਿ ਆਪਾਂ ਨੂੰ तरह की बीमारियां, और इस तरह कैंसर तो इतना ज़्यादा हो रहा है, मन लगता है कि एक टाइम आएगा कि इतना ज़्यादा प्रिवेलेंट हो जाएगा कि एवरीबडी, प्रैक्टिकली एवरीबडी विल बी मूविंग अराउंड विथ कैंसर। और वो जो कहते हैं ना प्रलय, यही प्रलय हो सकता है कि यही हो, महामारी की तरह। महामारी इस तरह हो जाएगी कि हर बंदा है सो अफेक्टेड हो गया, नोबडी इज एबल टू टेक केयर कोई। तो अपन समय रहते कुछ जरूर सोचना चाहिए इस बारे कि हाँ ये जी रफ्तार है कैंसर दी वो घट जाए, तो खान पान ठीक होए, लोगों की सेहत ठीक रहे। जी, किडनी ਦੇ ਕੈਂਸਰ ਦੀ ਜਿਵੇਂ ਗੱਲ ਕੀਤੀ, ਹੁਣ ਬਲੈਡਰ ਦੇ ਕੈਂਸਰ ਦੀ ਆਪਾਂ ਕਰਦੇ। ਤੁਸੀਂ ਦੱਸਿਆ ਕਿ ਇਹਦਾ ਤਾਂ ਬਹੁਤ ਜਲਦੀ अर्ਲੀ ਸਟੇਜ ਤੇ ਪਤਾ ਲੱਗ ਜਾਂਦਾ, ਕੀ ਇਹ ਕਿਉਰੇਬਲ ਹੈ? ਬਲੈਡਰ ਦਾ ਕੈਂਸਰ ਵੀ ਦੇਖੋ, ਕੋਈ ਵੀ ਕੈਂਸਰ अर्ਲੀ ਸਟੇਜ 'ਚ ਜਦੋਂ ਪਤਾ ਲੱਗ ਜਾਂਦਾ ਉਹ ਕਿਉਰੇਬਲ ਹੁੰਦਾ।
ਬਲੈਡਰ ਕੈਂਸਰ ਦੇ ਵਿੱਚ ਇਹ ਹੈ ਕਿ ਆਮ ਤੌਰ ਤੇ ਪਿਸ਼ਾਬ ਦੇ ਵਿੱਚ ਬਲੱਡ ਆਂਦਾ ਤਾਂ ਪੇਸ਼ੈਂਟ ਨੂੰ ਦਿਸ ਜਾਂਦਾ ਕਿ ਹਾਂ ਮੈਨੂੰ ब्लड आया, ये जरूर कुछ गड़बड़ है। लेकिन कई बार एक बार ब्लड आया फिर पेशाब क्लियर हो गया, फिर 4 महीने 6 महीने ब्लड नहीं आया, पेशेंट ने लगता चलो इदा ही कोई हो गया कोई इन्फेक्शन हो गई, डॉक्टर किसी लागे सागे किसी डॉक्टर को गया, उन्हें एंटीबायोटिक दे देती कुछ देती, और कुदरती तौर पे वो ठीक होया, वो समझा कि दवाई नाल ठीक हो गया, और फिर उन्होंने कोई केयर नहीं की, कोई फर्दर इन्वेस्टिगेट नहीं कराया। लेकिन एक्चुअली की है कि आफ्टर 35 ईयर्स ऑफ एज कोई भी एबनॉर्मल ब्लीडिंग होए, चाहे पेशाब रास्ते होए, चाहे लैट्रिन विच ब्लड आए, चाहे खांसी विच ब्लड आए, या कोई भी एबनॉर्मल ब्लीडिंग है, वन शुड बी वेरी केयरफुल एंड अलर्ट कि ये ब्लड क्यों आया। भावें एक बार भी आया हो, उन्होंने प्रॉपरली इन्वेस्टिगेट करके देखना चाहिए कि कारण की है, कदे कोई कैंसर तो नहीं अंदर। तो ये जड़ा पेशाब दे विच ब्लड भावें एक बार ही आया फिर नहीं आया, लेकिन प्रॉपर इन्वेस्टिगेट करके देख लेना चाहिए कि कोई रीजन तो नहीं है। ਅੱਗੇ ਕੀ ਸੀਗਾ ਕਿ ਬਲੈਡਰ ਕੈਂਸਰ ਦਾ ਸਭ ਤੋਂ ਸਟਰੋਂਗ ਐਸੋਸੀਏਸ਼ਨ ਸਮੋਕਿੰਗ ਦੇ ਨਾਲ ਹੈ। ਸਮੋਕਰਸ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਤਾਂ ਹੀ ਤੁਸੀਂ ਦੇਖੋਗੇ ਜਿਹੜੇ ਏਰੀਆ ਜਿੱਥੇ ਸਮੋਕਿੰਗ ਬਹੁਤ ਜ਼ਿਆਦਾ, ਲਾਈਕ JNK ਹੈ, ਜੰਮੂ ਕਸ਼ਮੀਰ ਦੇ ਵਿੱਚ ਸਮੋਕਿੰਗ ਬਹੁਤ ਜ਼ਿਆਦਾ ਹੈ, ਉੱਥੇ ਕਸ਼ਮੀਰ ਦੇ ਵਿੱਚ, ਜਾਂ ਫਿਰ ਤੁਸੀਂ ਪਾਕਿਸਤਾਨ ਦੇਖੋ ਜਾਂ ਉਧਰ ਜਿਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਉਧਰ ਸਮੋਕਿੰਗ ਬਹੁਤ ਪ੍ਰੀਵੈਲੈਂਟ ਹੈ। ਸਾਡੇ ਪੰਜਾਬ ਦੇ ਵਿੱਚ ਉਨੀ ਜ਼ਿਆਦਾ ਨਹੀਂ ਹੈ, ਲੇਕਿਨ ਸਮੋਕਰ ਦੇ ਨਾਲ ਬਲੈਡਰ ਕੈਂਸਰ ਦਾ ਬਹੁਤ ਸਟਰੋਂਗ ਐਸੋਸੀਏਸ਼ਨ ਸੀਗਾ, ਤੇ ਨਾਨ ਸਮੋਕਰ ਦੇ ਵਿੱਚ ਵੀ ਹੁੰਦਾ ਸੀ ਲੇਕਿਨ ਘੱਟ ਹੁੰਦਾ ਸੀ। ਅੱਜ ਕੱਲ੍ਹ ਨਾਨ ਸਮੋਕਰ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਦੇਖ ਰਹੇ ਹਾਂ ਕੈਂਸਰ। दैट इज बिकॉज ऑफ कोई स्मोकिंग ਦੇ ਵਿੱਚ ਵੀ ਕੈਮੀਕਲ ਹੈ, तो नॉन स्मोकर ਦੇ ਵਿੱਚ ਜਿਹੜਾ ਉਹ ਵੀ ਕੈਮੀਕਲ ਕਰਕੇ ਹੋ ਰਿਹਾ ਹੈ, ਜਿਹੜਾ ਆਪਣੇ ਖਾਣ ਪਾਣ ਦੇ ਵਿੱਚ ਕੈਮੀਕਲ ਹੈ। ਸ਼ਰਾਬ ਪੀਣਾ ਵੀ ਕਿਤੇ ਨਾ ਕਿਤੇ ਕੈਂਸਰ ਦਾ ਕਾਰਨ ਹੈਗਾ ਬਹੁਤ ਜ਼ਿਆਦਾ। ਸ਼ਰਾਬ ਦਾ ਡਾਇਰੈਕਟ ਇਫੈਕਟ ਜ਼ਿਆਦਾ ਲੀਵਰ ਤੇ ਹੁੰਦਾ ਤੇ ਕਿਡਨੀ 'ਚ ਔਰ ਬਲੈਡਰ 'ਚ ਉतना ਜ਼ਿਆਦਾ ਨਹੀਂ ਹੈ, ਬਟ ਹਾਂ ਆਫ ਕੋਰਸ ਲੀਵਰ ਬਹੁਤ ਜ਼ਿਆਦਾ ਅਫੈਕਟਡ ਹੁੰਦਾ। तो ये नहीं आप कह सकते कि शराब जो है वो सेफ है। शराब ਦੇ ਨਾਲ ਲੀਵਰ ਸਿਰੋਸਿਸ ਹੁੰਦਾ ਹੈ, ਫਿਰ ਲੀਵਰ ਦੇ ਵਿੱਚ ਕੈਂਸਰ ਵੀ ਹੋ ਸਕਦਾ ਹੈ, ਤੇ ਇਸ ਲਈ शराब अगर लेनी भी है तो बहुत ही लिमिटेड अमाउंट से लेनी चाहिए। ਸਰ ਕੈਂਸਰ ਨਾਮ ਤੋਂ ਹੀ ਇੰਨਾ ਕਿ ਇਹ ਡਰਾਵਨਾ ਨਾਮ ਹੈ, ਤੇ ਜਦੋਂ ਕਿਸੇ ਮਰੀਜ਼ ਨੂੰ ਪਤਾ ਲੱਗਦਾ ਕਿ ਉਸਨੂੰ ਕੈਂਸਰ ਹੈ, ਮੈਨੂੰ ਲੱਗਦਾ ਕਿ ਅੱਧੇ ਨਾਲੋਂ ਜ਼ਿਆਦਾ ਮਰੀਜ਼ ਮਾਨਸਿਕ ਤੌਰ ਤੇ ਹੀ ਉਸ ਟਾਈਮ ਡੈੱਡ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਉਹਨਾਂ ਨੂੰ ਇਹ ਬਿਮਾਰੀ ਹੈ। ਕਿਉਂਕਿ ਸਰੀਰਕ ਤੌਰ ਤੇ ਤਾਂ ਅਸੀਂ ਲੜਨਾ ਹੀ ਹੁੰਦਾ, ਪਰ ਮੈਂਟਲੀ ਤੌਰ ਤੇ ਅਸੀਂ ਕਿੰਨੇ ਸਟਰੋਂਗ ਆ, ਮਰੀਜ਼ ਕਿੰਨਾ ਸਟਰੋਂਗ ਹੈ, ਇਹ ਵੀ ਤਾਂ ਡਿਪੈਂਡ ਕਰਦਾ ਹੋਊਗਾ ਉਹਦੀ ਹੈਲਥ ਦੇ ਉੱਤੇ। ਬਿਲਕੁਲ, ਐਕਚੁਅਲੀ ਦੇਖੋ ਸ਼ੁਰੂ ਤੋਂ ਹੀ ਦੇਖੋ ਜੋ ਕੈਂਸਰ ਜੋ ਅੱਗੇ ਅੱਜ ਤੋਂ 25-30 ਸਾਲ ਪਹਿਲਾਂ जितने भी कैंसर आते थे सारे एडवांस स्टेज आते थे, हार्डली कोई पेशेंट ट्रीटमेंट तो फर्स्ट स्टेज से आंदा सीगा। आजकल अर्ली स्टेज आने शुरू हो गए हैं, तो पेशेंट सर्वाइव कर रहे हैं, क्योर हो रहा है, लेकिन साढ़े दिमाग 'ਚ वो पुरानी इमेज बैठी हुई है कि कैंसर हो गया मतलब बंदा चला गया। बिल्कुल इतना नहीं सोचना चाहिए। आजकल ट्रीटमेंट बहुत ज़्यादा एडवांस हो गया है, जो मेडिकल साइंस है काफ़ी एडवांसमेंट आ गई है, तो आम तौर पर अर्ली स्टेज तो ठीक हो ही जाता जी, ਜਿਹੜਾ रिलेटिवली एडवांस है वो भी कई बार ठीक हो जाता है, या फिर लाइफ एक्सपेक्टेंसी बहुत ज़्यादा फर्क नहीं पड़ती। इसलिए प्रॉपर इलाज करना चाहिए, सोच के नहीं डर के बैठ जाना चाहिए कि सानू तो कैंसर हो गया हम तो बचना नहीं। दूजी गल ये है कि लोगों के बीच एक धारणा है कि कैंसर ने तुम छेड़ोगे तो फैल जाएगा। ये बहुत गलत धारणा है, क्योंकि कैंसर ਨੂੰ ਕਨਫਰਮ ਕਰਨਾ ਹੈ ਤਾਂ ਤੁਹਾਨੂੰ ਬਾਇਓਪਸੀ ਲੈਣੀ ਪੈਣੀ। ਬਾਇਓਪਸੀ ਲੈਣੀ ਹੈ ਤਾਂ ਛੋਟਾ ਜਿਹਾ ਪੀਸ ਲੈ ਕੇ ਲੈਬੋਰੇਟਰੀ 'ਚ ਭੇਜੋਗੇ, ਉਹਦੇ ਉੱਤੇ ਪਤਾ ਲੱਗੇਗਾ ਕਿ ਹਾਂ ਇਹ ਕੈਂਸਰ ਹੈ ਜੀ। तो मैं देखा कई बार पेशेंट नहीं डॉक्टर साहब तुसी इनू कहते फैल तो नहीं जाएगा, इनू छेड़ोगे, तो ये दिमाग तो कट लेना चाहिए कि बायोप्सी या छेड़न ला वो फैल जाएगा। दैट इज अ पार्ट ऑफ द डायग्नोस्टिक प्रोसीजर। आप उन्हें प्रॉपर डायग्नोस करांगे फिर ही प्रॉपर आप ਉਹਦਾ ਇਲਾਜ ਕਰ ਸਕਦੇ ਹਾਂ, नहीं तो आप अंधेरे से तीर चलाते रहोगे जी, तो इट इज नॉट एडवाइजेबल। बिल्कुल सर, ਕੈਂਸਰ ਨੂੰ ਲੈ ਕੇ ਬਹੁਤ ਸਾਰੀਆਂ ਮਿਥਸ ਨੇ, ਜਿਵੇਂ ਤੁਸੀਂ ਇਹ ਗੱਲ ਦੱਸੀ। ਇੱਕ ਮਿਥ ਇਹ ਵੀ ਹੈ ਕਿ ਪਹਿਲੀ ਸਟੇਜ ਤੇ ਜਦੋਂ ਕਿਉਰੇਬਲ ਹੋ ਜਾਂਦਾ, ਜਿਵੇਂ ਤੁਸੀਂ ਦੱਸਿਆ ਕਿ ਟ੍ਰੀਟਮੈਂਟ ਹੋ ਸਕਦਾ ਆ, ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਜਦੋਂ ਇੱਕ ਵਾਰੀ ਟ੍ਰੀਟਮੈਂਟ ਹੋ ਗਿਆ, ਮਰੀਜ਼ ਠੀਕ ਹੋ ਗਿਆ, ਇਹ ਕੁਝ ਸਾਲਾਂ ਬਾਅਦ ਫਿਰ ਦੁਬਾਰਾ ਆਉਂਦੀ ਹੈ ਬੋਡੀ ਦੇ ਵਿੱਚ। ਇੱਕ ਇਦਾਂ ਦੀ ਵੀ ਧਾਰਨਾ ਜਿਹੜੀ ਜੁੜੀ ਹੋਈ ਹੈ, ਸੱਚੀ ਹੈ? ਇਹ ਬਿਲਕੁਲ ਸਹੀ ਹੈ ਕਿ ਕਈ ਵਾਰੀ ਇੱਕ ਵਾਰੀ ਠੀਕ ਹੋ ਗਿਆ ਫਿਰ ਵੀ ਦੁਬਾਰਾ ਹੋਣ ਦਾ ਖਤਰਾ ਤਾਂ ਰਹਿੰਦਾ ਹੀ ਹੈ। ਤਾਂ ਇਹ ਆਪਾਂ ਪੇਸ਼ੈਂਟ ਨੂੰ ਕਹਿੰਦੇ ਕਿ ਤੁਸੀਂ ਇਹਨੂੰ ਭੁੱਲਣਾ ਨਹੀਂ ਹੈ, ਤੁਸੀਂ ਰੈਗੂਲਰ ਚੈੱਕਅਪ ਕਰਾਤੇ ਰਹੋ। ਜੇ ਅਗਰ ਦੁਬਾਰਾ ਹੋ ਰਿਹਾ ਹੈ ਤਾਂ ਆਪਾਂ ਉਹਨੂੰ अर्ਲੀ ਸਟੇਜ 'ਚ ਡਿਟੈਕਟ ਕਰ ਲਈਏ, ਦੁਬਾਰਾ ਟ੍ਰੀਟਮੈਂਟ ਕਰਕੇ ਉਹਨੂੰ ਠੀਕ ਕਰ ਸਕੀਏ। ਤਾਂ ਹਾਲਾਂਕਿ रिकरेंस रेट बहुत घट है। यू कैन से डिफरेंट टाइप ऑफ कैंसर डिफरेंट है। जो किडनी कैंसर ਦੇ ਵਿੱਚ ਅਗਰ किडनी ਦੇ ਵਿੱਚ ਕੈਂਸਰ ਹੈ ਬਾਹਰ ਨਹੀਂ ਗਿਆ तो रिकरेंस रेट हार्डली 10% है, 10% ਤੋਂ ਵੱਧ ਨਹੀਂ ਹੈ। ਬਲੈਡਰ ਕੈਂਸਰ ਦੇ ਵਿੱਚ ਅਗਰ ਐਡਵਾਂਸ ਸਟੇਜ ਹੈ
ਆਪਾਂ ਪੂਰਾ ਬਲੈਡਰ ਕੱਢ ਦਿੰਦੇ हैं, फिर समझ लो कि 30% रिकरेंस रेट है। और अगर अर्ली स्टेज 'ਚ ਆਪਾਂ ਟਿਊਮਰ ਕੱਢ ਦਿੰਦੇ हैं तो फिर ਆਪਾਂ ਉਹਨੂੰ ਕਹਿੰਦੇ ਕਿ 5 ਸਾਲ ਤਾਈਂ ਤੁਸੀਂ ਰੈਗੂਲਰ ਚੈੱਕਅਪ ਕਰਾਤੇ ਰਹੋ, ਕਿਉਂਕਿ 5 ਸਾਲ ਤਾਈਂ ਖਤਰਾ ਹੈ ਕਿ ਦੁਬਾਰਾ ਵੀ ਹੋ ਸਕਦਾ ਹੈ। तो ये गल बिल्कुल सही है कि दोबारा तो हो सकता है, लेकिन जे अगर ਤੁਸੀਂ विजिलेंट हो, रेगुलर चेकअप करा रहे हो तो पता लग जाएगा टाइम ਤੇ, तो ठीक कर सकते हैं। ਜਦੋਂ ਇਹ ਹਜੇ ਐਡਵਾਂਸ ਸਟੇਜ ਤੇ ਨਹੀਂ ਗਿਆ, ਖਾਸ ਕਰਕੇ ਕਿਡਨੀ ਦਾ ਕੈਂਸਰ, ਕਿੰਨੇ ਕੁ ਸਾਲਾਂ ਦਾ ਟ੍ਰੀਟਮੈਂਟ ਹੋ ਸਕਦਾ ਇੱਕ ਮਰੀਜ਼ ਦਾ? नहीं, अगर किडनी कैंसर अर्ली स्टेज 'ਚ पता लग जाता है, फिर तो ऑपरेशन करके ਉਹਨੂੰ ट्यूबर ਕੱਢ ਦੋ तो ਠੀਕ ਹੈ ਮਰੀਜ਼, ਹੈ ਨਾ? ਠੀਕ ਹੋ ਗਿਆ। ਉਸ ਤੋਂ ਬਾਅਦ ਆਪਣਾ ਨਾਰਮਲ ਲਾਈਫ ਸਟਾਈਲ ਜੀ ਸਕਦਾ ਹੈ, ਐਕਸਰਸਾਈਜ਼ ਕਰ ਸਕਦਾ ਹੈ, ਵਾਕ ਕਰ ਸਕਦਾ ਹੈ, ਖਾਣ ਪੀਣ ਦੇ ਉੱਤੇ ਵੀ एकदम ही इज नो मोर अ पेशेंट, ही बिकम्स अ नॉर्मल पर्सन आफ्टर दैट। कोई किसी तरह की कमी नहीं है, किसी तरह की लाइफ में कमी नहीं है, किसी उसकी एफिशिएंसी में कमी नहीं है, उसकी ताकत में कोई कमी नहीं, ही बिकम्स एब्सोल्युटली नॉर्मल। ਸਰ ਜੇ ਅੱਜ ਦੀ ਗੱਲ ਕਰ ਲਈਏ, ਤੁਹਾਡੇ ਕੋਲ ਜਿਹੜੇ ਰੂਟੀਨ ਦੇ ਵਿੱਚ ਪੇਸ਼ੈਂਟਸ ਆ ਰਹੇ ਨੇ, ਕਿੰਨੇ ਕੁ ਤੁਹਾਨੂੰ ਕੇਸਿਸ ਇੱਦਾਂ ਦੇ ਮਿਲਦੇ ਨੇ ਜਿਹੜੇ ਕਿਡਨੀ ਕੈਂਸਰ ਦੇ ਜਾਂ ਬਲੈਡਰ ਕੈਂਸਰ ਦੇ ਜਾਂ ਪ੍ਰੋਸਟੇਟ ਕੈਂਸਰ ਦੇ ਜ਼ਿਆਦਾ ਹੁੰਦੇ ਨੇ? मैं तो कह रहा हूँ कि डेली वी आर गेटिंग ए न्यू पेशेंट, एटलीस्ट वन पेशेंट वी आर गेटिंग एवरी डे फॉर cancer. Either he's got bladder cancer, or he has got a kidney cancer, or he has got a prostate cancer, like that. So but ਅੱਗੇ ਇਦਾਂ ਨਹੀਂ ਸੀਗਾ। ਹੁਣ ਆਪਾਂ ਜਿਹੜੇ ਆਪਰੇਸ਼ਨ ਕਰ ਰਹੇ ਹਾਂ 50% ਕੇਸਿਸ ਤਾਂ ਕੈਂਸਰ ਵਾਲੇ ਪੇਸ਼ੈਂਟ ਹੈ, ਬਾਕੀ 50% ਦੇ ਵਿੱਚ ਪਥਰੀ ਹੈ, ਇਨਫੈਕਸ਼ਨ ਹੈ, ਬਲੋਕੇਜ ਹੈ, ਬਾਕੀ ਪ੍ਰੋਬਲਮਸ ਹੈਗੀ ਨੇ। ਬਟ ਆਲਮੋਸਟ 50% ਜਿਹੜੇ ਪੇਸ਼ੈਂਟ ਹੈ ਉਹ ਦੇ ਆਰ ਸਫਰਿੰਗ ਫਰਮ ਕੈਂਸਰ। ਇਟਸ ਅ ਹਿਊਜ ਜਿਹੜੀ ਹੈ बढ़ोतरी हो गई कैंसर ਦੀ ਕੇਸਾਂ ਦੇ ਵਿੱਚ। ਅੱਗੇ ਨਹੀਂ ਹੁੰਦੇ ਸੀ ਇੰਨੇ ਕੈਂਸਰ। मैं ये नहीं कहूँगा कि मेरे को ही आंदे हैं, नेचुरली बाकी डॉक्टरों को भी जा रहे हैं बिल्कुल। तो यू कैन इमेजिन कितने सारे यूरोलॉजिस्ट हैं, तो कितने पेशेंट होंगे कैंसर के, यू कैन इमेजिन दैट। ਬਿਲਕੁਲ ਸਰ, ਇੱਕ ਗੱਲ ਹੋਰ ਦੱਸੋ ਕਿ ਇੱਕ ਮਿਥ ਇਹ ਵੀ ਹੈ, ਜਾਂ ਬਹੁਤ ਸਾਰੀਆਂ ਜਿਹੜੀਆਂ ਟ੍ਰੀਟਮੈਂਟਸ ਹੁੰਦੇ ਨੇ ਬਹੁਤ ਮਹਿੰਗੇ ਵੀ ਹੁੰਦੇ ਨੇ, ਹਾਲਾਂਕਿ ਕੈਂਸਰ ਨੂੰ ਲੈ ਕੇ ਗਵਰਨਮੈਂਟ ਵੱਲੋਂ ਵੀ ਫੈਸਿਲਿਟੀਜ਼ ਦਿੱਤੀਆਂ ਗਈਆਂ ਨੇ, ਬਠਿੰਡਾ ਤੋਂ ਵੀ ਟ੍ਰੇਨ ਚਲਾਈ ਗਈ ਹੈ ਕੈਂਸਰ ਪੇਸ਼ੈਂਟਸ ਦੇ ਲਈ। ਇਹ ਵੀ ਇੱਕ ਧਾਰਨਾ ਹੈ ਕਿ ਇਹ ਅਮੀਰਾਂ ਦੀ ਬਿਮਾਰੀ ਹੈ, ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ? ਬਈ ਇੱਦਾਂ ਹੈ ਕਿ ਜੇ अर्ਲੀ ਸਟੇਜ 'ਚ ਟ੍ਰੀਟਮੈਂਟ ਹੋ ਜਾਏ ਫਿਰ ਤੋਂ ਜ਼ਿਆਦਾ ਐਕਸਪੈਂਸਿਵ ਨਹੀਂ ਹੁੰਦਾ, ਲੇਕਿਨ ਜਦੋਂ ਐਡਵਾਂਸ ਹੋ ਜਾਂਦਾ ਫਿਰ ਟ੍ਰੀਟਮੈਂਟ ਬਹੁਤ ਐਕਸਪੈਂਸਿਵ ਹੋ ਜਾਂਦਾ। ਫਿਰ ਨਾਓ ਯੂ ਹੈਵ ਟੂ ਗਿਵ ਕੀਮੋਥੈਰੇਪੀ ਔਰ ਰੇਡੀਓਥੈਰੇਪੀ ਅਲੋਂਗ ਵਿਦ ਸਰਜਰੀ, ਤੇ ਲੌਂਗ ਟਰਮ ਚੈੱਕਅਪ, ਫੋਲੋ ਅਪ। ਕੀਮੋਥੈਰੇਪੀ ਦੇ ਪੇਸ਼ੈਂਟਸ ਦਾ ਜੇਕਰ ਐਕਸਪੀਰੀਅੰਸ ਸੁਣਿਆ ਜਾਵੇ ਤਾਂ ਬਹੁਤ ਨੈਗੇਟਿਵ ਹੁੰਦਾ, ਉਹਦੇ ਬਾਰੇ ਕੀ ਕਹਿੰਦੇ ਹੋ? ਕੀਮੋਥੈਰੇਪੀ ਤਾਂ ਦੇਖੋ ਜਿਹੜੀ ਇੱਕ ਹੁੰਦੀ ਹੈ ਟਾਰਗੇਟਡ ਥੈਰੇਪੀ। ਟਾਰਗੇਟਡ ਮੀਨਸ ਵੀ ਆਰ ਟ੍ਰੀਟਿੰਗ ਓਨਲੀ ਦ ਆਰਗਨ ਵਿਚ ਇਜ਼ ਅਫੈਕਟਡ। ਜਿੱਦਾਂ ਮੰਨ ਲਓ ਕਿ ਕਿਡਨੀ ਦੇ ਵਿੱਚ ਕੈਂਸਰ ਹੈ, ਆਪਾਂ ਕਿਡਨੀ ਨੂੰ ਟਿਊਮਰ ਕੱਢ ਲਿਆ, ਠੀਕ ਹੋ ਗਿਆ, ਬਾਕੀ ਦੀ ਬੋਡੀ ਦੇ ਵਿੱਚ ਕੋਈ ਇਫੈਕਟ ਨਹੀਂ। ਲੇਕਿਨ ਕੀਮੋਥੈਰੇਪੀ ਜਿਹੜੀ ਹੈ ਉਹ ਸਿਸਟੈਮਿਕ ਥੈਰੇਪੀ ਹੈ ਜੀ। ਉਹ ਆਪਾਂ ਜਾਂ ਤਾਂ ਇੰਜੈਕਸ਼ਨ ਲਗਾ ਰਹੇ हैं या गोलियां दे रहे हैं, वो बॉडी ਦੇ ਵਿੱਚ ਜਾ ਰਹੀ ਹੈ, ਬਲੱਡ ਦੇ ਵਿੱਚ ਜਾ ਰਹੀ ਹੈ, ਤਾਂ ਪੂਰੇ ਬੋਡੀ ਦੇ ਵਿੱਚ ਸਰਕੂਲੇਟ ਕਰ ਰਹੀ ਹੈ। ਬਿਲਕੁਲ ਉਹ ਜਿਹੜਾ ਆਰਗਨ ਜਿੱਥੇ ਕੈਂਸਰ ਉਹਨੂੰ ਵੀ ਅਫੈਕਟ ਕਰ ਰਹੀ ਹੈ, ਤੇ ਬਾਕੀ ਆਰਗਨ ਬੋਡੀ ਨੂੰ ਪਾਰਟਸ ਨੂੰ ਵੀ ਕਰ ਰਹੀ ਹੈ। ਨੈਚੁਰਲੀ ਉਹਦਾ ਸਾਈਡ ਇਫੈਕਟ ਬਹੁਤ ਜ਼ਿਆਦਾ ਹੈ, ਦਵਾਈਆਂ ਬੜੀ ਤੇਜ਼ ਹੁੰਦੀ ਹੈ, ਤਾਂ ਖਾਣ ਪੀਣ ਦਾ ਪ੍ਰੋਬਲਮ ਹੋ ਜਾਂਦਾ, ਕਈ ਭੁੱਖ ਘਟ ਜਾਂਦੀ ਹੈ, ਲੋਕੀ ਕਮਜ਼ੋਰੀ ਆ ਜਾਂਦੀ ਹੈ, ਬਾਲ ਝੜ ਜਾਂਦੇ ਨੇ ਕਈ ਵਾਰ। ਲੇਕਿਨ ਸਪੋਰਟਿਵ ਟ੍ਰੀਟਮੈਂਟ ਨਾਲ ਦੇਣਾ ਹੁੰਦਾ ਤਾਂ ਕਿ ਮਿਨੀਮਮ ਸਾਈਡ ਇਫੈਕਟ ਹੋ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਇੱਕ ਵਾਰੀ ਕੀਮੋਥੈਰੇਪੀ ਜਦੋਂ ਖਤਮ ਹੋ ਜਾਂਦੀ ਹੈ, ਕੋਰਸ ਖਤਮ ਹੋ ਜਾਂਦਾ, ਫਿਰ ਬੰਦਾ ਰਿਕਵਰ ਕਰ ਜਾਂਦਾ ਹੈ, ਤਾਂ ਕਾਫੀ ਰਿਕਵਰੀ ਹੋ ਜਾਂਦੀ ਹੈ। ਜਦੋਂ ਤਾਈਂ ਚਲਦੀ ਰਹਿੰਦੀ ਹੈ ਥੋੜੀ ਪ੍ਰੋਬਲਮ ਤਾਂ ਰਹਿੰਦੀ ਹੈ, ਲੇਕਿਨ ਬਟ ਵੀ ਹੈਵ ਟੂ ਸੀ ਕਿ ਗੇਨ ਕੀ ਹੈ ਤੇ ਲਾਸ ਕੀ ਹੈ, ਤਾਂ ਦੈਨ ਯੂ ਹੈਵ ਟੂ ਬੈਲੈਂਸ। ਤਾਂ ਨੈਚੁਰਲੀ ਜੋ ਗੇਨ ਹੈ ਉਹ ਬਹੁਤ ਜ਼ਿਆਦਾ ਹੈ। ਥੋੜੀ ਜਿਹੀ ਗੱਲ ਪ੍ਰੋਸਟੇਟ ਕੈਂਸਰ ਦੀ ਕਰਦੇ ਹਾਂ, ਕੀ ਰੀਜ਼ਨ ਲੱਗਦਾ ਸਰ ਤੁਹਾਨੂੰ ਮੇਲਸ ਦੇ ਵਿੱਚ ਇਹ ਬਿਮਾਰੀ ਕੈਂਸਰ ਦਾ? ਦੇਖੋ ਪ੍ਰੋਸਟੇਟ ਕੈਂਸਰ ਇਜ਼ ਦ ਕਾਮਨੈਸਟ ਕੈਂਸਰ ਇਨ ਮੇਲਸ ਓਕੇ ਵਰਲਡ ਵਾਈਡ, ਇਵਨ ਇੰਡੀਆ ਦੇ ਵਿੱਚ ਇਹ ਕਾਮਨੈਸਟ ਹੀ ਹੈ, ਲੇਕਿਨ ਇਹ ਡਿਟੈਕਟ ਨਹੀਂ ਹੁੰਦਾ ਜਸਟ ਬਿਕੋਜ਼ अर्ਲੀ स्टेज से पता नहीं लगता। तो ये एडवांस एज की बीमारी है, अर्ली एज की बीमारी नहीं है। अगे इंडिया ਦੇ ਵਿੱਚ ਲਾਈਫ ਐਕਸਪੈਕਟੈਂਸੀ ਹੁੰਦੀ ਸੀ 40 ਸਾਲ 50 ਸਾਲ। ਬੰਦਾ ਜਦੋਂ ਤਾਈ ਕੈਂਸਰ ਡਿਵੈਲਪ ਹੋਏਗਾ ਪਤਾ ਲੱਗਿਆ ਉਸ ਤੋਂ ਪਹਿਲਾਂ ਹੀ ਤੁਰ ਜਾਂਦਾ ਸੀ। ਹੁਣ ਐਕਸਪੈਕਟੈਂਸੀ ਹੋ ਗਈ ਅਰਾਊਂਡ 70 ਇਅਰਸ ਇਨ ਇੰਡੀਆ। ਨਾਓ ਵੀ ਆਰ ਗੈਟਿੰਗ ਮੋਰ ਐਂਡ ਮੋਰ ਪੇਸ਼ੈਂਟ ਬਿਕॉज ये ओल्ड एज की बीमारी है। दूसरी गल ये है कि प्रोस्टेट कैंसर बहुत स्लोली ग्रो करता है। इट इज़ वन ऑफ द बेस्ट कैंसर। इफ़ यू हैव टू सेलेक्ट वन कैंसर यू बेटर सेलेक्ट प्रोस्टेट कैंसर। तो क्योंकि स्लो ग्रो करता है, बहुत ज़्यादा खतरनाक नहीं होता। लेकिन जो तक कैंसर प्रोस्टेट ਦੇ ਵਿੱਚ ਹੈ ਫਿਰ तो ठीक है, जो बाहर चला गया फिर अगेन वही प्रॉब्लम आ जाती है। दूसरी गल ये है कि ये
ਸਰਜਰੀ ਨਾਲ ਵੀ ਠੀਕ ਹੋ ਸਕਦਾ ਹੈ ਤੇ ਰੇਡੀਓਥੈਰੇਪੀ ਨਾਲ ਵੀ ਠੀਕ ਹੋ ਸਕਦਾ ਹੈ ਜੀ ਤੇ ਬਾਕੀ ਇੱਕ ਹਾਰਮੋਨਲ ਥੈਰੇਪੀ ਹੁੰਦੀ ਹੈ, ਉਹਦੇ ਨਾਲ ਵੀ ਕੰਟਰੋਲ ਰਹਿੰਦਾ ਹੈ। ਦੇ ਆਰ ਵੇਰੀਅਸ ਮੋਡੈਲਿਟੀਜ਼, ਬਟ ਅਰਲੀ ਸਟੇਜ ਅਗਰ ਕੈਂਸਰ ਪ੍ਰੋਸਟੇਟ ਦਾ ਆ ਜਾਂਦਾ ਹੈ तो ਆਪਾਂ ਉਹਨੂੰ ਬੈਸਟ ਹੈ ਕਿ ਉਹਨੂੰ ਸਰਜਰੀ ਕਰਕੇ ਇਹਨੂੰ ਕੱਢ ਦਈਏ ਜਾਂ ਫਿਰ ਜੇਕਰ ਪੇਸ਼ੈਂਟ ਫਿਟ ਨਹੀਂ ਹੈ ਤਾਂ ਰੇਡੀਓਥੈਰੇਪੀ ਕਰ ਦਈਏ। ਦੂਸਰੀ ਗੱਲ ਹੈ ਕਿ ਇਹ ਜਿਹੜਾ ਪ੍ਰੋਸਟੇਟ ਕੈਂਸਰ ਹੈ ਉਹ ਸਕਰੀਨਿੰਗ ਨਾਲ ਪਤਾ ਲੱਗ ਜਾਂਦਾ ਬਹੁਤ ਆਰਾਮ। ਇੱਕ ਹੁੰਦਾ PSA, ਜੇ ਤੁਸੀਂ ਬਲੱਡ ਟੈਸਟ PSA ਕਰਾ ਲਓ ਤਾਂ ਅਗਰ PSA ਵੱਧ ਰਿਹਾ ਹੈ ਤਾਂ ਤੁਹਾਨੂੰ ਡਾਊਟ ਰਹਿੰਦਾ ਕਿ ਕहीं ਕੈਂਸਰ ਤਾਂ ਨਹੀਂ ਹੈ ਪ੍ਰੋਸਟੇਟ ਦਾ। ਇਕੱਲਾ ਪ੍ਰੋਸਟੇਟ ਕੈਂਸਰ ਹੀ ਇੱਦਾਂ ਦਾ ਹੈ ਜਿੱਥੇ ਆਪਾਂ ਇਸ ਤਰ੍ਹਾਂ ਖਾਲੀ ਬਲੱਡ ਟੈਸਟ ਕਰਕੇ ਇੱਕ ਕਲੀਅਰ ਹੋ ਜਾਂਦਾ ਕਿ ਹਾਂ ਵੀ ਪ੍ਰੋਸਟੇਟ ਕੈਂਸਰ ਦੀ ਬਿਮਾਰੀ ਤਾਂ ਨਹੀਂ ਹੈ, ਫਿਰ ਆਪਾਂ ਫਰਦਰ ਇਨਵੈਸਟੀਗੇਟ ਕਰੀਏ। ਦੂਜੀ ਗੱਲ ਹੈ ਕਿ ਇਹ ਜਿਹੜਾ ਪ੍ਰੋਸਟੇਟ ਕੈਂਸਰ ਹੈ ਇਹ ਜਿਹੜਾ ਅਗਰ ਲੋ ਗ੍ਰੇਡ ਹੈ ਤਾਂ ਬਹੁਤ ਸਲੋ ਗਰੋਇੰਗ ਹੈ। तो कई बार अगर एडवांस स्टेज से पता चल जाए, मान लो 75 ईयर्स ਦੀ ਏਜ ਦੇ ਵਿੱਚ ਕੈਂਸਰ ਡਿਟੈਕਟ ਹੋਇਆ, ਲੋ ਗ੍ਰੇਡ ਹੈ, अर्ਲੀ ਸਟੇਜ ਹੈ, तो ਉਹ ਬਹੁਤ ਜ਼ਿਆਦਾ ਟ੍ਰੀਟਮੈਂਟ ਦੀ ਕਈ ਵਾਰ ਲੋਡ ਨਹੀਂ ਪੈਂਦੀ। ਯੂ ਕੈਨ ਜਸਟ ਆਬਜ਼ਰਵ ਜੀ ਐਂਡ ਵੇਟ ਐਂਡ ਵਾਚ ਕਰ ਸਕਦੇ ਹਾਂ। ਤਾਂ ਸਰ ਤੁਹਾਡਾ ਡੇਲੀ ਦਾ ਜੋ ਵੀ ਐਕਸਪੀਰੀਅੰਸ ਹੁੰਦਾ, ਹਾਲਾਂਕਿ ਬੜਾ ਚਿੰਤਾਜਨਕ ਵਿਸ਼ਾ ਬਣਦਾ ਜਾ ਰਿਹਾ ਹੈ ਕੈਂਸਰ ਦਾ, ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ ਹਰ ਰੋਜ਼ ਜਿਹੜੇ ਮਰੀਜ਼ ਵੱਧ ਰਹੇ ਨੇ, ਬੇਹੱਦ ਚਿੰਤਾਜਨਕ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਕੁਝ ਨਾ ਕੁਝ ਇਹਦੇ ਲਈ ਸੋਚਣ ਦੀ ਜ਼ਰੂਰਤ ਹੈ। ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਜੋ ਵੀ ਦਰਸ਼ਕ ਇਸ ਟਾਈਮ ਇੰਟਰਵਿਊ ਦੇਖ ਰਹੇ ਨੇ, ਕਿ ਕਿਵੇਂ ਆਪਾਂ ਇਹ ਤੋਂ ਆਪਣਾ ਜਿਹੜਾ ਬਚਾਅ ਰੱਖ ਸਕੀਏ? ਆਪਾਂ ਤਾਂ ਇਹ ਕਰ ਸਕਦੇ, ਲਾਈਫ ਸਟਾਈਲ ਹੈ ਆਪਾਂ ਨੂੰ ਜਿੰਨਾ ਹੋ ਸਕੇ ਰੈਗੂਲੇਟਡ ਹੋਵੇ, ਡਿਸਿਪਲਿਨ ਹੋਵੇ, ਖਾਣ ਪਾਣ ਦਾ ਖਾਸ ਖਿਆਲ ਰੱਖਿਆ ਜਾਏ। ਖਾਣ ਪਾਣ ਦੇ ਵਿੱਚ ਆਪਾਂ ਦੇਖੀਏ ਕਿ ਘੱਟ ਤੋਂ ਘੱਟ ਕੈਮੀਕਲਸ ਦਾ, ਜਿਹੜਾ ਪ੍ਰੀਜ਼ਰਵਡ ਫੂਡ ਹੈ, ਪੈਕ ਫੂਡ ਹੈ, ਉਹਨੂੰ ਜਿੰਨਾ ਹੋ ਸਕੇ ਅਵੋਇਡ ਕਰੀਏ। ਜੋ ਫਰੈਸ਼ ਫੂਡ ਹੈ, ਫਰੈਸ਼ ਜਿਹੜੇ ਸਬਜ਼ੀਆਂ ਹੈ ਤੇ ਅਨਾਜ, ਜਿੱਥੇ ਜਹਾਂ ਤੱਕ ਹੋ ਸਕੇ ਆਪਾਂ ਜਿਹਨੂੰ ਕਹਿੰਦੇ ਆਰਗੈਨਿਕ। ਆਰਗੈਨਿਕ ਥੋੜਾ ਐਕਸਪੈਂਸਿਵ ਜ਼ਰੂਰ ਹੈ, ਲੇਕਿਨ ਜੇ ਤੁਹਾਡੇ ਕੋਲ ਜਗ੍ਹਾ ਹੈ ਤਾਂ ਤੁਸੀਂ ਆਪਣੀ ਥੋੜੀ ਬਹੁਤ ਸਬਜ਼ੀਆਂ ਲਗਾ ਸਕਦੇ ਹੋ, ਖੇਤੀ ਕਰ ਸਕਦੇ ਹੋ, ਦੈਟ ਵਿਲ ਬੀ ਆਰਗੈਨਿਕ। ਸੋ ਖਾਣ ਪੀਣ ਦੇ ਵਿੱਚ ਜਿੰਨਾ ਕੈਮੀਕਲ ਦਾ ਕੁਆਂਟੀਟੀ ਘੱਟ ਹੋਏਗੀ ਔਰ ਲਾਈਫ ਜਿੰਨੀ ਰੈਗੂਲੇਟਡ ਹੋਏਗੀ, ਹੈਲਦੀ ਲਾइफ स्टाइल हो, रेगुलर एक्सरसाइज हो, टाइम पे उठना, टाइम पे सोना और टाइम पे खाना खाना, तो that can go a long way 10 ਸਾਲ ਹੋਰ ਜ਼ਿੰਦਗੀ ਜੀ ਜਾ ਸਕਦੀ ਹੈ ਜੀ। ਸੋ ਬਹੁਤ ਸ਼ੁਕਰੀਆ ਸਰ, ਤੁਸੀਂ ਇਸ ਜਿਹੜੀ ਹੈ ਇਨਫੋਰਮੇਸ਼ਨ ਸਾਨੂੰ ਦਿੱਤੀ ਹੈ, ਖਾਸ ਕਰਕੇ ਇਸ ਬਿਮਾਰੀ ਦੇ ਲਈ ਜਿਹੜੀ ਕਿ ਸਿਰਫ ਦੁਨੀਆ ਦੀ ਨਹੀਂ ਆਪਾਂ ਗੱਲ ਕਰਦੇ, ਜੇਕਰ ਆਪਾਂ ਆਪਣੇ ਹੀ ਸੂਬੇ ਦੀ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਬੜਾ ਚਿੰਤਾਜਨਕ ਵਿਸ਼ਾ ਬਣੀ ਹੋਈ ਹੈ। ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ। ਸੋ ਕਿਡਨੀ ਦਾ ਕੈਂਸਰ ਹੋਵੇ ਤੇ ਜਾਂ ਫਿਰ ਕੋਈ ਹੋਰ ਕੈਂਸਰ, ਇਹ ਕਿਉਂ ਸਾਡੇ ਲਈ ਹੁਣ ਇੱਕ ਮੁਸੀਬਤ ਬਣਦਾ ਜਾ ਰਿਹਾ ਹੈ, ਇਸ ਬਾਰੇ ਸੋਚਣਾ ਸਾਡੇ ਸਾਰਿਆਂ ਦੇ ਲਈ ਬੇਹੱਦ ਜ਼ਰੂਰੀ ਹੈ। ਸਰਕਾਰਾਂ ਵੀ ਇਸ ਉੱਤੇ ਕੰਨੀ ਨਹੀਂ ਕਤਰਾ ਸਕਦੀਆਂ, ਕਿਉਂਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ ਉਹਨਾਂ ਦੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਹੈ ਤੇ ਸਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸਰੀਰ ਦੇ ਲਈ, ਆਪਣੀ ਸਿਹਤ ਦੇ ਲਈ ਸੁਚੇਤ ਹੋਈਏ। ਤੁਹਾਨੂੰ ਡਾਕਟਰ ਰਾਜੇਸ਼ ਅਗਰਵਾਲ ਦੇ ਨਾਲ ਇੱਕ ਖਾਸ ਗੱਲਬਾਤ ਕਿਵੇਂ ਦੀ ਲੱਗੀ, ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ। ਹੁਣ ਦਿਓ ਇਜਾਜ਼ਤ, ਨਮਸਕਾਰ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ।